पहला बंदा है जो पैसे कमाने पाकिस्तान आता है, बाकी तो बाहर जा रहे होते हैं। कहाँ 500-600 घी था, अब 450-400 रुपये के करीब है। चीनी है वो जो पब्लिक के हिसाब से मेरे ख्याल से ठीक है। ਇਹ ਜਿਹੜੀ ਫੌਜ ਨੇ ਜਿਹੜਾ ਕੰਮ ਕੀਤਾ ਬੜਾ ਅੱਛਾ ਕੰਮ ਕੀਤਾ ਵਾ। ਇਹਨੇ ਡਾਲਰ ਨੂੰ ਰੋਕਿਆ ਬਾਹਰ ਜਾਣ ਤੋਂ। अस्सलाम वालेकुम नाजरीन, वर्ल्ड वाइज के साथ मैं हूं मियां मोहम्मद बिन तारिक जवेद और आज हम मौजूद हैं डी ग्राउंड पार्क में और आज हम लोगों से जानेंगे कि मौजूदा सियासत पर लोगों का क्या तबसरा है। भाई मौजूदा सियासी सूरत हाल ते तुहाडा की तबसरा? ਸਿਆਸੀ ਸੂਰਤ ਹਾਲ ਤੇ ਕੀ ਤਬਸਰਾ ਕਰਨਾ ਜੀ ਅਸੀਂ, ਜਿੱਦਾਂ ਦੇ ਮੁਲਕ ਦੇ ਹਾਲਾਤ ਆ ਤੁਹਾਡੇ ਸਾਹਮਣੇ ਆ। नहीं नवाज शरीफ आया, ਤੁਹਾਨੂੰ ਲੱਗਦਾ ਨਹੀਂ ਬਿਹਤਰੀ ਆਏਗੀ? ਬਿਹਤਰੀ 3-4 ਵਾਰੀ ਤੇ ਪਹਿਲੇ ਆ ਗਿਆ, ਜਦੋਂ ਗਿਆ ਉਦੋਂ ਕਿਤੇ ਬੜੀ ਬਿਹਤਰੀ ਆਈ ਹੈ। भाई सारे चोर हैं, हर कोई अपने ज़ाती मुफाद की हद तक है। अगर कोई अच्छा या होनेस्ट पर्सन मिला जिसका वाकई वोट का हकदार होगा तो उसे हम घर जाके देंगे। तो नवाज शरीफ आया आपके साथ? चोर नहीं है, वो दवाई लेने गया था, 5 सालों बाद आया है, तो मेरे ख्याल इस बार तो उसे डॉक्टर को भी साथ लेके आना चाहिए था, तो वो लेके नहीं आया। वो पहला बंदा है जो पैसे कमाने पाकिस्तान आता है, बाकी तो बाहर जा रहे होते हैं। आप वैसे उन्होंने सपोर्ट तो नहीं करते? नहीं, तो आपको क्या लगता है जो नया पाकिस्तान इमरान खान ने बनाया था वो ठीक है? भाई उन्होंने तुम दिता गरीब नू, वो अच्छा था। वो हर चीज़ को टाइम लगता होता है, तो उसे थोड़ा सा टाइम चाहिए था पर उसे टाइम दिया नहीं गया। मैं तो कह रहा हूँ कि पहले से अब काफ़ी बेटर है, क्योंकि लोगों को अपने खाने के लाले पड़े हुए थे, ठीक है ना। अभी कुछ ना कुछ बहुत माहौल बेहतर हुआ है नवाज शरीफ के आने से, समझ लो, या वैसे समझ लो कि जो निगरान हुकूमत की वजह से है, ठीक है ना। अभी लोग काफ़ी पहले से बेटर हैं और सही अब जा रहा है मेरे ख्याल के मुताबिक। आपको लगता है कि नए पाकिस्तान में तब्दीली आएगी अब? हाँ बिल्कुल तब्दीली है। कहाँ 500-600 घी था, अब 450-400 रुपये के करीब है। चीनी है वो जो पब्लिक के हिसाब से मेरे ख्याल से ठीक है। ਦੇਖੋ ਜੀ, ਮੇਰਾ ਤੇ ਜਿਹੜੀ ਸਹੀ ਗੱਲ ਹੈ ਨਾ, ਆਪਣੇ ਇਸ ਮੁਆਸ਼ਰਤੇ ਦੇ ਹਿਸਾਬ ਨਾਲ ਨਹੀਂ ਮੈਂ ਗੱਲ ਕਰਾਂਗਾ। ਸਭ ਤੋਂ ਵੱਡੀ ਵਜ੍ਹਾ ਦੀਨ ਤੋਂ ਦੂਰੀ ਹੈ। ਦੇਖੋ ਨਮਾਜ਼ ਦਾ ਟਾਈਮ ਹੈ, ਅਸੀਂ ਗਰਾਊਂਡਾਂ 'ਚ ਫਿਰ ਰਹੇ ਹਾਂ। ਜੇ ਅੱਲਾਹ ਤਾਲਾ ਸਾਨੂੰ ਸਿਖਾਉਂਦਾ ਹੈ ਸਬਰ ਤੇ ਸ਼ੁਕਰ, ਅਸੀਂ ਸਬਰ ਤੇ ਸ਼ੁਕਰ ਅਦਾ ਕਰ ਲਈਏ ਨਾ ਤੇ ਇਨਸ਼ਾਅੱਲਾ ਕੋਈ ਮਸਲੇ ਨਹੀਂ, ਇਹ ਮਸਾਇਲ ਮੁਆਸ਼ੀ ਮਹਿੰਗਾਈ ਸਾਰੀ ਖਤਮ ਹੋ ਜਾਣੀ ਹੈ। ਬਾਕੀ ਓਵਰਆਲ ਮਹਿੰਗਾਈ ਹੈ, ਲੋਕ ਪਰੇਸ਼ਾਨ ਨੇ, ਦਰਮਿਆਨਾ ਤਬਕਾ ਪਿਸ ਗਿਆ, ਹੱਤਾ ਕਿ ਐਸੀ ਤਰੀਕੇ ਨਾਲ ਬੁਰੀ ਪੋਜੀਸ਼ਨ ਵਿੱਚ ਆ ਗਿਆ ਕਿ ਉਹ ਮੰਗਣ 'ਤੇ ਆ ਗਿਆ। ਔਰ ਅਕਸਰ ਅਸੀਂ ਦੇਖਦੇ ਹਾਂ ਕਿ ਜਿਹੜਾ ਦਰਮਿਆਨਾ ਤਬਕਾ ਜਿਹੜਾ ਮੰਗਣ ਵਾਲਾ ਨਹੀਂ ਹੁੰਦਾ, ਉਹ ਵਿਚਾਰਾ ਮੰਗ ਰਿਹਾ, ਉਹਨੂੰ ਮੰਗਣਾ ਨਹੀਂ ਆਉਂਦਾ, ਉਹਦਾ ਸਟਾਈਲ, ਉਹਦੀ ਚੀਜ਼ ਦੱਸਦੇ, ਉਹ ਮੰਗਣਾ ਨਹੀਂ ਆਉਂਦਾ। ਲੇਕਿਨ ਮਜਬੂਰੀ ਹੈ, ਦੁਨੀਆਦਾਰੀ ਦੇ ਹਿਸਾਬ ਨਾਲ ਦੇਖੀ ਤਾਂ ਮਜਬੂਰੀ ਹੈ। ਥੋੜ੍ਹਾ ਜਿਹਾ ਅਸੀਂ ਦੀਨ ਦੇ ਵਿੱਚ ਆ ਜਾਈਏ, ਇਨਸ਼ਾਅੱਲਾ ਅੱਲਾਹ ਸਾਰੀ ਆਸਾਨੀ ਪੈਦਾ ਕਰੇਗਾ। ਸਿਆਸੀ ਸੂਰਤ ਹਾਲ ਦੇ ਬਾਰੇ ਖਿਚੜੀ ਪੱਕੀ ਹੋਈ ਆ। ਨਵਾਜ਼ ਸ਼ਰੀਫ ਦੇ ਆਉਣ ਨਾਲ ਕੋਈ ਫਰਕ ਪਊਗਾ? ਨਹੀਂ ਪਊਗਾ। ਕਿੱਦਾਂ ਕਹਿੰਦੇ ਤੁਸੀਂ? ਇਹ ਪਹਿਲੇ ਵੀ 2-3 ਵਾਰੀ ਚੈੱਕ ਹੋ ਚੁੱਕੇ ਆ, ਫੇਰ ਕੀ ਹੋ ਗਿਆ ਸੀ? ਨਹੀਂ ਤਾਂ ਉਹਦੇ ਹੁੰਦੇ 40 ਰੁਪਏ ਪੈਟਰੋਲ ਘਟ ਗਿਆ। 40 ਰੁਪਏ ਜਿਹੜਾ ਪੈਟਰੋਲ ਘਟਿਆ ਦੀ ਵਜ੍ਹਾ ਨਾਲ ਨਹੀਂ ਘਟਿਆ ਬਾਬਾ ਜੀ, ਉਹਦੇ ਆਲਮੀ ਮੰਡੀ 'ਚ ਘਟਿਆ ਵਾ। ਉਸ ਤੋਂ ਬਾਅਦ ਡਾਲਰ ਵੀ ਥੱਲੇ ਆਇਆ, ਡਾਲਰ ਇਹਦੇ ਆਉਣ ਤੋਂ ਪਹਿਲਾਂ ਹੀ ਥੱਲੇ ਆਇਆ ਵਾ, ਕਿਉਂਕਿ ਇਹ ਜਿਹੜੀ ਫੌਜ ਨੇ ਜਿਹੜਾ ਕੰਮ ਕੀਤਾ ਬੜਾ ਅੱਛਾ ਕੰਮ ਕੀਤਾ ਵਾ। ਇਹਨੇ ਡਾਲਰ ਨੂੰ ਰੋਕਿਆ ਬਾਹਰ ਜਾਣ ਤੋਂ, ਅਤੇ ਉਹ ਜਦੋਂ ਡਾਲਰ ਬਾਹਰ ਰੋਕਿਆ ਵਾ, ਜਿਹੜੀ ਸਮਗਲਿੰਗ ਹੋ ਰਹੀ ਸੀ ਸਿਸਟਮ ਦੇ ਵਿੱਚ ਉਹ ਰੁਕ ਗਈ ਅਤੇ ਡਾਲਰ ਥੱਲੇ ਆਇਆ, ਪੈਟਰੋਲ ਆਟੋਮੈਟਿਕ ਥੱਲੇ ਆਇਆ। ਤੁਹਾਨੂੰ ਕੀ ਲੱਗਦਾ ਇਮਰਾਨ ਖਾਨ ਨੂੰ ਇਲੈਕਸ਼ਨ ਲੜਨ ਦੇਣਗੇ? ਨਹੀਂ ਲੜਨ ਦੇਣਗੇ। ਕਿੱਦਾਂ, ਤੁਹਾਨੂੰ ਕਿੱਦਾਂ ਲੱਗਦਾ? ਕਿਉਂਕਿ ਉਹਨੇ ਕੰਮ ਹੀ ਉਂਝ ਦਾ ਕੀਤਾ ਵਾ, ਫਿਰ ਇਲੈਕਸ਼ਨ ਕਿਉਂ ਲੜਨਾ ਵਾ। ਪਿਛਲੀ ਦਫਾ ਇਮਰਾਨ ਖਾਨ ਨੂੰ ਇਸ ਲਈ ਵੋਟ ਪਾਇਆ ਸੀ ਕਿ ਅਸੀਂ ਸਮਝਦੇ ਸੀ ਕਿ ਇਹ ਬੰਦਾ ਬਹੁਤ ਅੱਛਾ ਵਾ, ਠੀਕ ਹੋ ਗਿਆ। ਕਿਉਂਕਿ ਵੋਟ ਉਹਨੂੰ ਦੇਣਾ ਚਾਹੀਦਾ। ਦੋ ਹੀ ਪਾਰਟੀਆਂ ਅਗਰ ਪਿੱਛੇ ਅਸੀਂ ਚੱਲਾਂਗੇ, ਹਜ਼ਰਤ ਇਮਾਮ ਹੁਸੈਨ ਤੇ ਯਜ਼ੀਦ, ਕੰਬੀਨੇਸ਼ਨ ਉਹੀ ਆ। ਉਦੋਂ ਵੀ ਨਬੀ ਪਾਕ ਦੇ ਦੌਰ ਤੋਂ ਬਾਅਦ ਇਹੀ ਸਿਲਸਿਲਾ ਸੀ ਕਿ ਉਹ ਸਹਾਬਾ ਨੇ ਇੱਕ ਕਮੇਟੀ ਬਣਾਈ ਸੀ, ਉਹ ਵੋਟ ਪਾਉਂਦੇ ਸੀ, ਜਿੱਧਰ 4 ਜਾਂ 5 ਵੋਟ ਹੋ ਜਾਂਦੇ ਸੀ ਉਹਨੂੰ ਚੁਣ ਲਿਆ ਜਾਂਦਾ ਸੀ। ਹੈ ਉਹੀ ਆ, ਲੇਕਿਨ ਇੱਥੇ ਆ ਕੇ ਯਜ਼ੀਦ ਦਾ ਤੇ ਹੁਸੈਨ ਪਾਕ ਦਾ ਕੋਈ ਇਹਨਾਂ ਦਾ, ਉਹ ਇਹਨਾਂ ਨੇ ਸਾਰਾ ਹੀ ਫੇਲ ਕਰ ਦਿੱਤਾ ਕੰਮ। ਹੁਣ ਨਾ ਪਤਾ ਲੱਗਦਾ ਕਿ ਮਕਾਮੇ ਹੁਸੈਨ ਦੇ ਕੌਣ ਖੜਾ, ਨਾ ਪਤਾ ਲੱਗਦਾ ਯਜ਼ੀਦੀਅਤ 'ਤੇ ਕੌਣ ਖੜਾ, ਵੋਟ ਕਿਹਨੂੰ ਅਸੀਂ ਪਾਉਣਾ। ਜਿਹਨੂੰ ਅਸੀਂ ਅੱਛਾ ਸਮਝੀਦਾ ਕਿ ਇਹਨੂੰ ਵੋਟ ਦਾਂਗੇ, ਮੁਲਕ ਦਾ ਖੈਰ ਖਵਾਹ ਵਾ, ਲੇਕਿਨ ਉਹ ਬਾਅਦ 'ਚੋਂ ਪਤਾ ਲੱਗਦਾ ਕਿ ਨੱਠ ਗਿਆ ਹਜ਼ਾਰਾਂ ਡਾਲਰ ਇਹ ਉਹ ਲੈ ਕੇ, ਉਹ ਮੁਲਕ ਨੂੰ ਡੁਬੋ ਗਿਆ ਹੈ। ਹੁਣ ਤੱਕ ਅਸੀਂ
ਇਹੋ ਹੀ ਕੁਝ ਦੇਖ ਰਹੇ ਹਾਂ ਤੇ ਹੁਣ ਅਸੀਂ ਡਬਲ ਮਾਈਂਡਡ ਹੋਏ ਹਾਂ ਕਿ ਕਿਹੜਾ ਬੰਦਾ ਐਸਾ ਮੁਖਲਸ ਆਵੇ ਕੈਦ ਆਜ਼ਮ ਤੋਂ ਬਾਅਦ ਜਿਹੜਾ ਮੁਲਕ ਨੂੰ ਸੰਵਾਰੇ। ਅਸੀਂ ਕਿ ਇਹ ਕਹਿੰਦੇ ਹਾਂ ਕਿ ਮੁਲਕ ਨੂੰ ਉਹ ਬੰਦਾ ਸੰਭਾਲੇ ਜਿਹਦਾ ਖਰਮਾਂ ਰੁਪਇਆ ਪਹਿਲੇ ਆਪਣੇ ਅਕਾਊਂਟ ਦੇ ਵਿੱਚ ਹੋਵੇ ਤੇ ਉਹ ਮੁਲਕ ਨੂੰ ਦੇਵੇ, ਅਗਰ ਨਾ ਕਿ ਉਹ ਆਵਾਮ ਦੇ ਉੱਤੇ ਬੋਝ ਪਾ ਕੇ ਸਾਡੀਆਂ ਮੰਜੀਆਂ ਠੋਕ ਕੇ ਆਵਾਮ ਦਾ ਖੂਨ ਨਿਚੋੜ ਕੇ ਤੇ ਫਿਰ ਬਾਹਰ ਨਿਕਲ ਜਾਏ।